ਅਕੈਡਮੀ ਆਫ ਐਜੂਕੇਸ਼ਨ 'ਚ ਇੱਕ ਵਾਰ ਫਿਰ ਤੁਹਾਡਾ ਨਿੱਘਾ ਸਵਾਗਤ ਹੈ। ਆਪਣੇ PCS ਐਗਜ਼ਾਮ ਦੀ ਤਿਆਰੀ ਦੀ ਲੜੀ ਵਿੱਚ ਅੱਜ ਆਪਾਂ ਆਪਣੇ ਪਹਿਲੇ ਵੀਡੀਓ ਜੋ ਕਿ ਕੈਮਿਸਟਰੀ ਦੇ ਉੱਪਰ ਆਧਾਰਿਤ ਸੀ, ਉਹਦੇ 'ਚ ਆਪਾਂ ਪਦਾਰਥ ਦੀਆਂ ਅਵਸਥਾਵਾਂ ਦੇ ਕੁਝ ਗੁਣ ਕੀਤੇ। ਅੱਜ ਆਪਾਂ ਹੋਰ ਡਿਟੇਲ ਨਾਲ ਕੁਝ ਗੁਣ ਇਹਨਾਂ ਦੇ ਕਰਾਂਗੇ। ਸਭ ਤੋਂ ਪਹਿਲਾਂ ਆਏਗੀ ਜੀ ਸੋਲਿਡ ਸਟੇਟ, ਠੋਸ ਅਵਸਥਾ। ਹੁਣ ਜਿਵੇਂ ਤੁਸੀਂ ਪਿਛਲੇ ਵੀਡੀਓ 'ਚ ਵੇਖਿਆ ਕਿ ਇਹਨਾਂ ਦਾ ਇੱਕ ਨਿਸ਼ਚਿਤ ਆਕਾਰ ਹੁੰਦਾ ਹੈ, ਸਪਸ਼ਟ ਸੀਮਾਵਾਂ ਹੁੰਦੀਆਂ ਅਤੇ ਸਥਿਰ ਆਇਤਨ ਹੁੰਦਾ ਹੈ, ਰਾਈਟ। ਅਤੇ ਇਹਨਾਂ 'ਚ ਨਾ ਮਾਤਰ ਨਪੀੜਨ ਯੋਗਤਾ ਯਾਨੀ ਕੰਪਰੈਸ਼ਨ, ਇਹਨਾਂ ਨੂੰ ਆਪਾਂ ਕੰਪਰੈਸ ਨਹੀਂ ਕਰ ਸਕਦੇ ਜ਼ਿਆਦਾ। ਅਗਰ ਆਪਾਂ ਜ਼ਿਆਦਾ ਕੰਪਰੈਸ ਕਰਾਂਗੇ, ਫੋਰਸ ਲਗਾਵਾਂਗੇ ਤੇ ਤਾਂ ਵੀ ਇਹ ਬਣਾ ਕੇ ਆਕਾਰ ਨੂੰ ਬਣਾ ਕੇ ਰੱਖਦੇ ਨੇ। ਪਰ ਅਗਰ ਆਪਾਂ ਬਹੁਤ ਜ਼ਿਆਦਾ ਇਹਨਾਂ 'ਤੇ ਉੱਪਰ ਫੋਰਸ ਬਲ ਲਗਾਵਾਂਗੇ ਤਾਂ ਇਹ ਟੁੱਟ ਸਕਦੇ ਹਨ, ਠੀਕ ਹੈ। ਪਰ ਉਹਨਾਂ ਦਾ ਆਕਾਰ ਨਹੀਂ ਬਦਲਦਾ। ਹੁਣ ਜਿਵੇਂ ਇੱਕ ਰਬੜ ਬੈਂਡ ਹੋ ਗਿਆ, ਉਹਨੂੰ ਆਪਾਂ ਖਿੱਚਦੇ ਜਾਵਾਂਗੇ ਤਾਂ ਉਹ ਇੱਕ ਟੁੱਟ ਜਾਏਗਾ, ਠੀਕ ਹੈ। ਟੁਕੜੇ ਹੋ ਜਾਣਗੇ ਪਰ ਉਹਦਾ ਆਕਾਰ ਜੋ ਹੈ ਸੇਮ ਰਹੇਗਾ, ਠੀਕ ਹੈ। ਸਾਈਜ਼ ਉਹਦਾ ਸੇਮ ਰਹੇਗਾ। ਹੁਣ ਇੱਥੋਂ ਇੱਕ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਸਪੰਜ ਜੋ ਹੈ, ਆਪਾਂ ਨੇ ਸਪੰਜ ਦੇਖੀ ਹੈ, ਉਹ ਠੋਸ ਹੈ ਪਰ ਫਿਰ ਵੀ ਇਸ ਦਾ ਨਪੀੜਨ ਜੋ ਜਾਂ ਕੰਪਰੈਸ਼ਨ ਸੰਭਵ ਹੈ, ਕਿਉਂ? ਇਸ ਦਾ ਕਾਰਨ ਹੈ ਕਿ ਜਦੋਂ ਆਪਾਂ ਸਪੰਜ ਨੂੰ ਆਪਾਂ ਦਬਾ ਸਕਦੇ ਹਾਂ, ਠੋਸ ਹੈ ਫਿਰ ਵੀ ਆਪਾਂ ਉਹਨੂੰ ਦਬਾ ਸਕਦੇ ਹਾਂ, ਕੰਪਰੈਸ ਕਰ ਸਕਦੇ ਹਾਂ, ਠੀਕ ਹੈ। ਇਸ ਦਾ ਕਾਰਨ ਹੈ ਕਿ ਸਪੰਜ ਵਿੱਚ ਬਹੁਤ ਛੋਟੇ ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਵਿੱਚ ਹਵਾ ਸਮਾਈ ਹੁੰਦੀ ਹੈ। ਜਦੋਂ ਆਪਾਂ ਇਸ ਨੂੰ ਦਬਾਉਂਦੇ ਹਾਂ ਤਾਂ ਉਹ ਹਵਾ ਜੋ ਹੈ ਪ੍ਰੈਸ਼ਰ ਨਾਲ ਬਾਹਰ ਨਿਕਲ ਜਾਂਦੀ ਹੈ। ਤਾਂ ਇਸ ਹਵਾ ਦੇ ਨਿਕਲਣ ਦੇ ਕਾਰਨ ਹੀ ਇਸ ਦਾ ਨਪੀੜਨ ਜੋ ਹੈ, ਕੰਪਰੈਸ਼ਨ ਸੰਭਵ ਹੁੰਦਾ ਹੈ, ਠੀਕ ਹੈ। ਇਹ ਚੀਜ਼ ਧਿਆਨ ਰੱਖਣੀ ਹੈ, ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਮਾਈਂਡ ਵਿੱਚ ਰੱਖਣਾ ਹੈ। ਹੁਣ ਨੈਕਸਟ ਗੱਲ ਕਿ ਠੋਸਾਂ ਦੇ ਉੱਪਰ ਟੈਂਪਰੇਚਰ ਚੇਂਜ ਕਰਨੇ ਦਾ, ਪ੍ਰੈਸ਼ਰ ਦਾ ਕੀ ਅਸਰ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਠੋਸਾਂ 'ਤੇ ਤਾਪਮਾਨ ਪਰਿਵਰਤਨ ਦਾ ਜੋ ਪ੍ਰਭਾਵ ਹੈ, ਇਫੈਕਟ ਆਫ ਚੇਂਜ ਆਫ ਟੈਂਪਰੇਚਰ ਔਨ ਸੋਲਿਡਸ, ਉਹ ਦੇਖਾਂਗੇ। ਜਦੋਂ ਆਪਾਂ ਠੋਸਾਂ ਨੂੰ ਗਰਮ ਕਰਦੇ ਹਾਂ, ਇਹਨਾਂ ਦਾ ਤਾਪਮਾਨ ਵੱਧਦਾ ਹੈ। ਵਧਣ ਨਾਲ ਇਹਨਾਂ ਦੀ ਜੋ ਗਤਿਜ ਊਰਜਾ ਕਾਈਨੈਟਿਕ ਐਨਰਜੀ ਆਪਾਂ ਕੱਲ੍ਹ ਦੱਸਿਆ ਸੀ, ਉਹ ਵੀ ਵੱਧ ਜਾਂਦੀ ਹੈ, ਠੀਕ ਹੈ। ਤਾਂ ਜਦੋਂ ਇਹਦੀ ਕਾਈਨੈਟਿਕ ਐਨਰਜੀ ਵੱਧ ਗਈ ਤਾਂ ਇਹਨਾਂ ਦੇ ਕਣਾਂ ਦੇ ਵਿੱਚ ਜੋ ਹੈ ਆਕਰਸ਼ਣ ਬਲ, ਜੋ ਫੋਰਸ ਆਫ ਅਟਰੈਕਸ਼ਨ ਹੈ, ਉਹ ਵੀ ਵੱਧ ਜਾਂਦਾ ਹੈ। ਤਾਂ ਜੋ ਫੋਰਸ ਆਫ ਅਟਰੈਕਸ਼ਨ ਦੀ ਇੱਕ ਸੀਮਾ ਹੁੰਦੀ ਹੈ, ਇਹ ਗਤਿਜ ਊਰਜਾ ਉਸ ਨੂੰ ਪਾਰ ਕਰ ਜਾਂਦੀ ਹੈ, ਜਿਸ ਕਾਰਨ ਉਹ ਜਿਹੜੇ ਕਣ ਹਨ, ਉਹਦੇ ਮੋਲੀਕਿਊਲਸ, ਉਹ ਫਰੀਲੀ ਮੂਵਮੈਂਟ ਕਰਨ ਲੱਗ ਪੈਂਦੇ ਹਨ। ਕਣ ਸੁਤੰਤਰ ਹੋ ਕੇ ਗਤੀ ਕਰਨ ਲੱਗ ਪੈਂਦੇ ਹਨ। ਤੋ ਫਿਰ ਗਤੀ ਕਰਦੇ ਕਰਦੇ ਇੱਕ ਅਵਸਥਾ ਅਜਿਹੀ ਆਉਂਦੀ ਹੈ, ਜਦੋਂ ਠੋਸ ਪਿੰਗਲ ਕੇ, ਕਿਆ ਹੋ ਕੇ, ਜਦੋਂ ਠੋਸ ਗਰਮ ਕਰਦੇ ਜਾਵਾਂਗੇ, ਅਵਸਥਾ ਅਜਿਹੀ ਆਏਗੀ ਜਦੋਂ ਠੋਸ ਪਿੰਗਲ ਕੇ ਦ੍ਰਵ ਬਣ ਜਾਂਦਾ ਹੈ। ਪਿੰਗਲ ਕੇ ਦ੍ਰਵ ਬਣ ਜਾਂਦਾ ਹੈ, ਠੀਕ ਹੈ ਜੀ। ਜਦੋਂ ਪਿੰਗਲ ਗਿਆ ਤੇ ਦ੍ਰਵ ਬਣ ਗਿਆ ਤੇ ਇਸ ਪੁਆਇੰਟ ਨੂੰ ਆਪਾਂ ਕੀ ਕਹਾਂਗੇ? ਉਹਦਾ ਪਿੰਗਲਣ ਅੰਕ ਜਾਂ
ਟੈਕਨੀਕਲੀ ਇੰਗਲਿਸ਼ 'ਚ ਇਹਨੂੰ ਕਹਿ ਦਾਂਗੇ ਮੈਲਟਿੰਗ ਪੁਆਇੰਟ। ਠੀਕ ਹੈ ਜੀ, ਇਹ ਵੀ ਇੰਪੋਰਟੈਂਟ ਹੈ। ਪਿਘਲਣਾਂਕ ਮੈਲਟਿੰਗ ਪੁਆਇੰਟ ਕੀ ਹੁੰਦਾ? ਜਦੋਂ ਜਿਸ ਤਾਪਮਾਨ 'ਤੇ ਠੋਸ ਪਿਘਲ ਕੇ ਦਰਵ ਬਣ ਜਾਂਦਾ ਹੈ ਉਸ ਨੂੰ ਆਪਾਂ ਉਸ ਦਾ ਮੈਲਟਿੰਗ ਪੁਆਇੰਟ ਜਾਂ ਪਿਘਲਣ ਅੰਕ ਕਹਿੰਦੇ ਹਾਂ। ਠੀਕ ਹੈ, ਤਾਂ ਮੈਲਟਿੰਗ ਪੁਆਇੰਟ ਦੀ ਡੈਫੀਨੇਸ਼ਨ ਕਿਆ हुई? जिस तापमान पे ठोस पिघल के द्रव बन जाता है। मतलब जो ठोस जो है लिक्विड स्टेट च आ जाएगा, सॉलिड जो है लिक्विड स्टेट च आ जाएगा, तो उसनों आपां उसका मैल्टिंग पॉइंट आखांगे। हुण फॉर एग्जाम्पल बर्फ़ का बर्फ़ जो आपां आइस कहने हैं, बर्फ़ का मैल्टिंग पॉइंट या पिघलन अंक जो कितना है 273 273.16 के। ठीक है, कैल्विन हुंदा है। तो मतलब ये है भी इसका मतलब क्या होया कि जदों बर्फ़ इस तापमान ते पहुँचती है तो यह क्या बन जाती है? द्रव बन जाती है। ठीक है, ये चीज़ होगी जो है ठोसां दे उपर तापमान वधण दा की असर हुंदा है। ठीक है, हुण ਇਹਦੇ ਚੋਂ एक चीज़ होर निकल के आती है ਜਦੋਂ ਆਪਾਂ ਇਹ ਚੀਜ਼ ਗਰਮ ਕਰ ਰਹੇ ਹਾਂ ਠੋਸਾਂ ਨੂੰ, ਇੱਥੇ ਆ ਜਾਂਦਾ ਹੈ ਜੀ ਗੁਪਤ ਤਾਪ। ਹੁਣ ਇਸ ਗੁਪਤ ਤਾਪ ਦੀ ਡੈਫੀਨੇਸ਼ਨ ਜਾਂ ਇਸ ਨੂੰ ਆਪਾਂ ਲੈਟੈਂਟ ਹੀਟ ਵੀ ਕਹਿ ਦਿੰਦੇ ਹਾਂ। ਹੁਣ ਇਹ ਜੋ ਲੈਟੈਂਟ ਹੀਟ ਹੈ ਇਸ ਨੂੰ ਸਮਝਣ ਲਈ ਇਹਨੂੰ ਦੇਖੋ कि वायुमंडली वायुमंडली दबाव वायुमंडली दबाव तो आप क्या समझते हैं इनू? मतलब एटमॉस्फेरिक प्रेशर। ठीक है, एटमॉस्फेरिक प्रेशर ते 1 किलो ठोस नू उस दे पिघलन दर्जे ते द्रव यानी लिक्विड विच बदलण लई जिन्नी ताप
ਊਰਜਾ ਦੀ ਲੋੜ ਹੁੰਦੀ ਹੈ ਉਸ ਨੂੰ ਪਿਘਲਣ ਦਾ ਗੁਪਤ ਤਾਪ ਕਹਿੰਦੇ ਆ। ਗੁਪਤ ਤਾਪ ਕਹਿੰਦੇ हाँ, ठीक है। हुण इसका मतलब क्या है, इसका भाव की है कि 0 डिग्री सैल्सियस या 273 कैल्विन ते पानी दे कणां दी ऊर्जा उसे तापमान ते बर्फ दे कणां दी ऊर्जा तो वध हुंदी है। ठीक है जी, इन्नी चीज़ समझो कि गुप्त ताप मतलब वायुमंडली दबाव एटमोसफेरिक प्रैशर ते 1 किलो ठोस नूं उसदे पिघलण दर्जे तो ते द्रव विच बदलण लई जिन्नी ताप ऊर्जा की लोड़ हुंदी है उसनूं आपां पिघलण दी गुप्त ताप कहंदे हां। ठीक है, हुण 0 डिग्री सैल्सियस या 273 के ते पानी दे कणां दी ऊर्जा उसदे तापमान ते बर्फ दे कणां दी ऊर्जा तो वध हुंदी है। इस चीज़ नूं तुसीं ध्यान रखना। हुण आपां एक चीज़ इत्थे नोट रखनी है कि किसी भी ठोस का पिघलन अंक या मैल्टिंग पॉइंट उसके कणां विचले आकर्षण बल की मजबूती नूं दर्शाउंदा है। विचले आकर्षण बल मतलब फोर्स ऑफ अट्रैक्शन की मजबूती नूं दर्शाउंदा है। ठीक है, हुण उस तो बाद आपां अगे मूव करांगे द्रव अवस्था से, यानी द लिक्विड स्टेट। हुण द्रवां दा कोई निश्चित आकार नहीं पर निश्चित आयतन हुंदा है। इन्हां विच वहण दी ताकत हुंदी है, वहण हुंदा है, इसलिए यह निग्गर नहीं तरल हुंदे हैं, लिक्विड हुंदे हैं। ये कारण है इहदा। अते ठोसां अते गैसां दा प्रसारण या डिफ्यूजन द्रवां विच संभव है, एक दूसरे विच मिक्स हो सकते हैं। ठीक है, ठोसां दी बजाए द्रवां विच विसरण दी दर वध हुंदी है। क्यों हुंदी है? क्योंकि द्रव या लिक्विड अवस्था विच पदार्थ दे कण सुतंत्र रूप विच गति कर सकते हैं अते ठोसां दी बजाए द्रवां विच जो है खाली थावां भी वध हुंदियां हन। तां इस करके जो है विसरण दी दर भी द्रवां विच ठोसां नालों वध हुंदी है। हुण आपां देखांगे द्रवां दे तापमान परिवर्तन, तापमान नूं टैंपरेचर नूं घट या ज़्यादा करन दा क्या फर्क पड़ेगा, की फर्क पएगा। तां जदों तापमान वधदा है तां द्रव गैस बन जाते हैं। ठीक है, उबलणगे, उबल के वो वाष्प बन जाते हैं, गैस बन जाते हैं। हुण इत्थों एक चीज़ डेफिनेशन निकलती है बॉयलिंग पॉइंट या उबाल दर्जा। इसकी डेफिनेशन बनेगी वायुमंडली दबाव ते वो तापमान जिस ते द्रव उबलण लगता है
उसनूं आपां क्या कह दिंदे हैं, उसका बॉइलिंग पॉइंट या उबाल दर्जा। जिवें कि पानी लई उबाल दर्जा 100 डिग्री सैल्सीਅस ते पानी आपां सब नूं पता भी उबलण लग जाता है 100 डिग्री सैल्सीਅस या 373 कैलविन ते पानी जो है उबलण लग जाता है। राइट। हुण अगर आपां इस तो इनू ज़्यादा आपां गर्म करांगे तो जो 100 डिग्री सैल्सीਅस के तापमान ते पानी वाष्प के कणा विच उबलण लग जाता है, वाष्प बन जाता है। ठीक है, तो उस तो फिर जो है वधेरे ऊर्जा निकलती है, वध ऊर्जा निकलती है। तो जिस कारण वाष्पीकरण के गुप्त ताप के रूप विच वाधू ताप मिलता है। इसलिए असी आपां कह सकते हैं कि तापमान बदलण ते असी एक टैंपरेचर वधाने ते या टैंपरेचर घटाने ते आपां एक जो है पदार्थ नूं दूजे पदार्थ विच बदल सकते हाँ। ठीक है, जिवें ठोस दा ताप वधाया आपां ने तो वह द्रव विच बदल गया, जदों होर वधाया तो वह गैस विच बदल गया। राइट। हुण इसे तरह अगर आपां इस गैस नूं ठंडा करांगे, रिवर्स ठंडा करांगे तो ये फिर द्रव च बदल जाएगी। गैस नूं अगर आपां ठंडा करांगे तो ये द्रव विच बदल जाएगी, फिर इसनूं होर ठंडा करांगे तो यह ठोस विच बदल जाती है। फिर टैंपरेचर के घटाने या वधाने का जो है वो फर्क पदार्थ उत्ते पैंदा है। राइट। तो हुण डायरैक्टली इथों एक जो है डेफिनेशन निकलती है, वो क्या है, जौहर उडाउण क्रिया। जौहर उडाउण क्रिया इनू कह दें आपां सबलीमेशन। ठीक है, हुण ये क्या है कि द्रव अवस्था विच परिवर्तित होए बिना ठोस अवस्था तो सीधे गैस अते वापस ठोस विच बदलण की प्रक्रिया नूं जौहर उडाउण क्रिया कहते हैं। द्रव अवस्था विच परिवर्तित या चेंज परिवर्तित होए बिना ठोस अवस्था तो सीधे गैस अते वापस ठोस विच बदलण दी प्रक्रिया नूं आपां की कहने हैं जी, जौहर उडाउण क्रिया। राइट।